पुरुषोत्तमं परम परावरनाथ। वाहिगुरु वाहिगुरु जुगल चरण मम बंदना। तर पर तर कर माथ, अगम अगाध पार ब्रह्म सोए। जो जो कहे सो मुक्ता होए। सुन मीता नानक बिनवंता, साध जना की अचरज कथा। गुरु दीजे लोड़ होवे, गुरु भी अजेहा होवे। जैसे दशमेश माता गुजरी के लाल जी। वार परवार देवे बच्चियां समेत सारा। देश कौम उत्तों कुर्बान बाल बाल जी। वाहिगुरु सारी रात पहरा देवे आप चौकीदार होके। सिख ताई लवे काम अग्नि चों निकाल जी। अमृत दा सोमा होवे तपदियां नूं ठार देवे। संतां दा राखा ते प्यारियां दी ढाल जी। ना कोई होया ते ना कोई होण। पिता दशमेश वर्गा होया ते ना कोई होण। पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा होया ते ना कोई होना जी। ना कोई होना ते ना कोई होना। पिता दशमेश वर्गा होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा परम सत्कारयोग तखत चवर छतर ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਮਹਾਪੁਰਸ਼ ਉਹਨਾਂ ਦੀਆਂ ਪਾਵਨ ਅਤੇ ਪਵਿੱਤਰ ਯਾਦਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਜੁੜੇ ਬੈਠੇ ਮੇਰੇ ਅਤੀ ਸਤਿਕਾਰਯੋਗ ਸਮੂਹ ਸੰਤ ਮਹਾਂਪੁਰਖ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ
ਸਾਜੀਆਂ ਨਿਵਾਜੀਆਂ ਸਮੂਹ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਦਾਸਰਿਆਂ ਵੱਲੋਂ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਇਸ ਸਜੇ ਹੋਏ ਦੀਵਾਨ ਦੇ ਵਿੱਚ ਆਏ ਹੋਏ ਸਤਿਕਾਰਤ ਮਹਾਂਪੁਰਸ਼ਾਂ ਨੇ ਬਹੁਤ ਪਿਆਰ ਦੇ ਨਾਲ ਤੇ ਬੜੇ ਡੂੰਘੇ ਬਚਨ ਆਪ ਜੀ ਦੇ ਨਾਲ ਸਾਂਝ ਪਾਈ ਹੈ। ਜਿੰਨਾ ਕੁ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਦਾਸ ਨੂੰ ਹੁਕਮ ਹੋਇਆ ਹੈ ਜੋ ਅੱਜ ਦਾ ਅਜੋਕਾ ਸਮਾਂ ਚੱਲ ਰਿਹਾ ਹੈ, ਇਹਨਾਂ ਦਿਨਾਂ ਦੇ ਸੰਬੰਧ ਦੇ ਵਿੱਚ ਜੋ ਆਪਣਾ ਸੁਨਹਿਰੀ ਇਤਿਹਾਸ ਹੈ ਉਹ ਸੰਗਤ ਦੇ ਨਾਲ ਥੋੜਾ ਜਿਹਾ ਸਾਂਝ ਪਾਈ ਜਾਵੇ। ਸਾਧ ਸੰਗਤ ਜੀ, ਇੱਕ ਹੁੰਦਾ ਹੈ ਮਿਥਿਹਾਸ, ਇੱਕ ਹੁੰਦਾ ਹੈ ਇਤਿਹਾਸ। ਮਿਥਿਹਾਸ ਕਿਸੇ ਲੇਖਕ ਵੱਲੋਂ, ਕਿਸੇ ਕਹਾਣੀਕਾਰ ਵੱਲੋਂ ਕਮਰੇ ਦੇ ਵਿੱਚ ਬੈਠ ਕੇ ਕਾਗਜ਼ ਦੇ ਉੱਤੇ ਲਿਖੀ ਹੋਈ ਕਹਾਣੀ ਹੁੰਦੀ ਹੈ। ਉਹਦੇ ਪਾਤਰ ਵੀ ਕਾਲਪਨਿਕ ਹੁੰਦੇ ਨੇ, ਉਹਦੀਆਂ ਘਟਨਾਵਾਂ ਵੀ ਕਾਲਪਨਿਕ ਹੁੰਦੀਆਂ ਨੇ। ਇਹ ਗੱਲ ਵੱਖਰੀ ਹੈ ਵੀ ਉਸ ਕਹਾਣੀ ਤੋਂ ਸਮਾਜ ਨੂੰ ਕੋਈ ਚੰਗੀ ਸੇਧ ਮਿਲਦੀ ਹੋਵੇ, ਪਰ ਉਹ ਕਹਾਣੀ ਸੰਸਾਰ ਤੇ ਉਵੇਂ ਬੀਤੀ ਨਹੀਂ ਹੁੰਦੀ। ਉਹਨੂੰ ਮਿਥਿਹਾਸ ਕਹਿੰਦੇ ਨੇ। ਕੇਵਲ ਉਹ ਮਿੱਥੀਆਂ ਹੋਈਆਂ ਗੱਲਾਂ ਨੇ, ਕਿਸੇ ਦੀ ਆਪਣੀ ਕਲਪਨਾ ਹੈ। ਇਤਿਹਾਸ ਉਹਨੂੰ ਕਹਿੰਦੇ ਨੇ ਜੋ ਸਮੇਂ ਦੇ ਵਿੱਚ ਬੀਤਿਆ ਹੋਵੇ। ਤੇ ਆਪਾਂ ਨੂੰ ਮਾਣ ਹੈ ਸਾਡੇ ਸਤਿਗੁਰਾਂ ਦਾ ਇਤਿਹਾਸ ਹੈ, ਮਿਥਿਹਾਸ ਨਹੀਂ ਹੈ। ਤੇ ਇਤਿਹਾਸ ਵੀ ਇਹੋ ਜਿਹਾ ਜਿਹਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ। ਸਾਰੀਆਂ ਕੌਮਾਂ ਸਤਿਕਾਰਤ ਹਨ, ਸਾਰੇ ਧਰਮ ਸਤਿਕਾਰਤ ਹਨ। ਬੜੇ ਬਲੀ ਅਵਤਾਰ ਨੇ ਹੋਏ ਪੈਦਾ, ਲਿਸਟ ਦੇਖੀ ਹੈ ਵੱਡਿਆਂ ਦਾਨੀਆਂ ਦੀ, ਪਰ ਕਲਗੀਆਂ ਵਾਲੇ ਦਾ ਜਦ ਵੀ ਨਾਮ ਆਵੇ ਹੱਦ ਮੁੱਕ ਜਾਂਦੀ ਕੁਰਬਾਨੀਆਂ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਤ ਚੱਲਦੀ ਹੈ ਤੇ ਸਿਰ ਝੁਕ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਕਲਗੀਧਰ ਮਹਾਰਾਜ ਜੀਆਂ ਦਾ ਜੇ ਜੀਵਨ ਵੇਖਣਾ ਹੈ ਕਿਸੇ ਲਿਖਾਰੀ ਦੇ ਪੱਖ ਤੋਂ, ਤੇ ਹਜ਼ੂਰ ਮਹਾਰਾਜ ਜੀਆਂ ਦੀ ਕਲਮ ਚੱਲੀ ਜਦੋਂ, ਆ ਹੁਣੇ ਤੁਸੀਂ ਸ਼ਾਸਤਰੀ ਜੀ ਮਹਾਰਾਜ ਪਾਸੋਂ ਬਚਨ ਸੁਣ ਰਹੇ ਸੀ ਵੀ ਜਦੋਂ ਤੂੰ ਹੀ ਦਾ ਉਚਾਰਨ ਕਰਨ ਲੱਗੇ ਤੇ ਹਜ਼ਾਰਾਂ ਵਾਰੀ ਤੂੰ ਹੀ ਦਾ ਉਚਾਰਨ ਕੀਤਾ। ਗਰੀਬਨਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਤੁਸੀਂ ਕੱਲੇ ਜਾਪ ਸਾਹਿਬ ਦੀ ਕਿਤੇ ਵਿਚਾਰ ਕਰਕੇ ਵੇਖ ਲਓ। ਮਹਾਰਾਜ ਜੀਆਂ ਦੀ ਵਿਦਵਤਾ ਦੇ ਸਦਕੇ ਜਾਈਏ, ਕੱਲੇ ਜਾਪ ਸਾਹਿਬ ਦੇ ਵਿੱਚ ਹੀ 7 ਭਾਸ਼ਾਵਾਂ ਵਰਤੀਆਂ ਨੇ ਮਹਾਰਾਜ ਜੀਆਂ ਨੇ। 7 ਭਾਸ਼ਾਵਾਂ, ਐਡੇ ਵਿਦਵਾਨ। ਹਜ਼ੂਰ ਮਹਾਰਾਜ ਜੀਆਂ ਦਾ ਜਫਰਨਾਮਾ ਜਦੋਂ ਅਰਬੀ ਫਾਰਸੀ ਦੇ ਆਲਮ ਫਾਜ਼ਲ ਲੋਕ ਪੜ੍ਹਦੇ ਨੇ ਨਾ ਜੀ, ਹੱਥ ਖੜੇ ਹੋ ਜਾਂਦੇ ਨੇ ਵੀ ਇੰਨੀ ਵਿਦਵਤਾ ਸੀ ਮਹਾਰਾਜ, ਇੰਨੀ ਬਰੀਕੀ ਦੇ ਨਾਲ ਅਰਬੀ ਫਾਰਸੀ ਨੂੰ ਜਾਣਦੇ ਸਨ। ਇਹੋ ਜਿਹੇ ਮਹਾਰਾਜ ਨੇ ਅਲਫਾਜ਼ ਵਰਤੇ ਹੋਏ ਨੇ ਉਹਦੇ ਵਿੱਚ। ਹਜ਼ੂਰ ਮਹਾਰਾਜ ਵਰਗਾ ਲਿਖਾਰੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਜੇ ਸੂਰਬੀਰਤਾ ਦਾ ਪੱਖ ਵੇਖਣਾ ਹੈ, ਜਰਨੈਲਾਂ ਵਾਲਾ ਪੱਖ ਵੇਖਣਾ ਹੈ, ਤੇ ਮਹਾਰਾਜ ਵਰਗਾ ਯੋਧਾ ਕੋਈ ਨਹੀਂ। ਪਹਿਲਾ ਯੁੱਧ ਲੜਿਆ ਸੀ ਸੱਚੇ ਪਾਤਸ਼ਾਹ ਨੇ ਭੰਗਾਣੀ ਦਾ। 14 ਜੰਗਾਂ ਮੰਨੀਆਂ ਜਾਂਦੀਆਂ ਨੇ। 14 ਜੰਗਾਂ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ, ਪਰ ਚੜ੍ਹ ਕੇ ਆਏ ਨੂੰ ਸੁੱਕਾ ਜਾਣ ਨਹੀਂ ਦਿੱਤਾ। 14 ਦੀਆਂ 14 ਜੰਗਾਂ ਜਿੱਤੀਆਂ ਨੇ। ਸਭ ਤੋਂ ਪਹਿਲਾ ਜੰਗ ਲੜਿਆ ਸੀ ਜੀ ਭੰਗਾਣੀ ਦਾ। ਰਾਜਾ ਹਰੀ ਚੰਦ, ਉਸ ਦੀਆਂ ਫੌਜਾਂ, ਖਾਲਸੇ ਦੀਆਂ ਫੌਜਾਂ ਦੇ ਨਾਲ, ਗੁਰੂ ਸਾਹਿਬ ਦੀਆਂ ਫੌਜਾਂ ਦੇ ਨਾਲ 7 ਦਿਨ ਟੱਕਰ ਹੁੰਦੀ ਰਹੀ। ਸਵੇਰੇ ਯੁੱਧ ਸ਼ੁਰੂ ਹੁੰਦਾ ਸੀ, ਸੰਧਿਆ ਵੇਲੇ ਸਮਾਪਤ। ਜੋ ਯੁੱਧ ਦੇ ਅਸੂਲ ਸਨ, ਯੁੱਧ ਦੀ ਨੀਤੀ ਸੀ, ਉਹਦੇ ਅਨੁਸਾਰ ਸੂਰਜ ਛਿਪਦੇ ਸਾਰ ਯੁੱਧ ਦੀ ਸਮਾਪਤੀ ਕਰ ਦਿੰਦੇ ਸੀ, ਯੁੱਧਬੰਦੀ ਹੋ ਜਾਂਦੀ ਸੀ। 7 ਦਿਨ ਕੋਈ ਫੈਸਲਾ ਨਾ ਹੋਇਆ। 8ਵੇਂ ਦਿਨ ਸਾਧ ਸੰਗਤ ਜੀ ਰਾਜਾ ਹਰੀ ਚੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੰਗਾਰ ਕੇ ਕਹਿੰਦਾ, ਲਲਕਾਰ ਕੇ ਕਹਿੰਦਾ, ਬਗਾਨੇ ਪੁੱਤ ਕਿਉਂ ਮਰਵਾਉਣਾ, ਆਪ ਅੱਗੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਆਏ ਤੇ ਉਹ ਮਹਾਰਾਜ ਨੂੰ ਕਹਿੰਦਾ, ਰਾਜਾ ਹਰੀ ਚੰਦ ਵਾਰ ਕਰੋ। ਮਹਾਰਾਜ ਕਹਿੰਦੇ, ਰਾਜਾ ਹਰੀ ਚੰਦ ਅਸੀਂ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ, ਵਾਰ ਤੂੰ ਕਰ।
ਉਹ ਕਹਿੰਦਾ ਜੇ ਮੈਂ ਵਾਰ ਕੀਤਾ ਫਿਰ ਤੁਹਾਡੀ ਵਾਰ ਕਰਨ ਦੀ ਹਸਰਤ ਵਿੱਚ ਹੀ ਰਹਿ ਜਾਣੀ ਹੈ। ਮਹਾਰਾਜ ਕਹਿੰਦੇ ਬਹੁਤਾ ਮਾਣ ਨਹੀਂ ਕਰੀਦਾ ਹੁੰਦਾ, ਇਹ ਸਮਾਂ ਆਏ ਤੇ ਪਤਾ ਲੱਗਦਾ ਹੁੰਦਾ। ਪਹਿਲਾ ਵਾਰ ਕੀਤਾ ਜੀ ਰਾਜੇ ਹਰੀ ਚੰਦ ਨੇ, ਮਹਾਰਾਜ ਜੀਆਂ ਦੀ ਦਸਤਾਰ ਨੂੰ ਛੋਹ ਕੇ ਤੀਰ ਲੰਘ ਗਿਆ। ਦੂਜਾ ਵਾਰ ਕੀਤਾ ਰਾਜੇ ਹਰੀ ਚੰਦ ਨੇ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇੱਕ ਵਾਰ ਹੋਰ ਕਰ ਲੈ, ਇੱਕ ਮੌਕਾ ਤੈਨੂੰ ਹੋਰ ਦਿੰਨੇ ਆ। ਜਿਸ ਵੇਲੇ ਉਹਨੇ ਦੂਜਾ ਵਾਰ ਕੀਤਾ, ਮਹਾਰਾਜ ਦੇ ਘੋੜੇ ਦੀ ਕਾਠੀ ਨੂੰ ਵੱਜਿਆ ਆ ਕੇ, ਉਹਦਾ ਵੀ ਕੋਈ ਨੁਕਸਾਨ ਨਾ ਹੋਇਆ। ਮਹਾਰਾਜ ਕਹਿੰਦੇ ਤੀਸਰਾ ਮੌਕਾ ਤੈਨੂੰ ਹਰੀ ਚੰਦਾ ਇੱਕ ਹੋਰ ਦਿੰਨੇ ਆ, ਕਿਤੇ ਮਨ ਵਿੱਚ ਐਵੇਂ ਰਹਿ ਨਾ ਜਾਵੇ। ਤੀਸਰਾ ਵਾਰ ਉਹਨੇ ਕੀਤਾ, ਹਜ਼ੂਰ ਦੇ ਕਮਰ ਕਸੇ ਦੇ ਉੱਤੇ ਦੀ ਪੇਟੀ ਵੱਜੀ ਹੋਈ ਸੀ ਜਿਹੜੀ, ਉਹ ਤੀਰ ਪੇਟੀ ਨੂੰ ਚੀਰਦਾ ਹੋਇਆ, ਕਮਰ ਕਸੇ ਨੂੰ ਚੀਰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪੇਟ ਦੇ ਵਿੱਚ ਉਹਦੀ ਮਾੜੀ ਜੀ ਚੁੰਝ ਖੁੱਭੀ। ਮਹਾਰਾਜ ਆਪ ਲਿਖਦੇ ਨੇ ਜੀ, ਜਦੋਂ ਭੰਗਾਣੀ ਦੇ ਯੁੱਧ ਦਾ ਵਰਣਨ ਕੀਤਾ ਮਹਾਰਾਜ ਨੇ ਸ੍ਰੀ ਦਸਮ ਦੀ ਬਾਣੀ ਵਿੱਚ, ਮਹਾਰਾਜ ਕਹਿੰਦੇ ਚੁੱਭੀ ਚਿੰਚ ਚਰਮੰ ਕਛੂ ਘਾਏ ਨਾ ਆਇੰ। ਮਹਾਰਾਜ ਕਹਿੰਦੇ ਮਾੜੀ ਜੀ ਚੁੰਝ ਖੁੱਭੀ, ਕੋਈ ਬਹੁਤਾ ਜ਼ਖਮ ਨਹੀਂ ਹੋਇਆ। ਪਰ ਨਾਲ ਲਿਖ ਦਿੱਤਾ ਜੀ, ਕਹਿੰਦੇ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਬਸ ਕਹਿੰਦੇ ਅਜੇ ਤੱਕ ਸ਼ਾਂਤ ਬੈਠੇ ਸਾਂ, ਸ਼ਾਂਤ। ਇੱਕਦਮ ਫਿਰ ਵੀਰ ਰਸ ਨੇ ਉਛਾਲਾ ਮਾਰਿਆ ਤੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੀ ਇੱਕ ਬਾਣ ਚਲਾਇਆ, ਇੱਕ ਤੀਰ ਦੇ ਨਾਲ ਰਾਜੇ ਹਰੀ ਚੰਦ ਦਾ ਸਿਰ ਧੜ ਤੋਂ ਅਲੱਗਾ ਹੋ ਕੇ ਉਹਦੇ ਧੜ ਤੋਂ 12 ਕਰਮਾਂ ਤੇ ਡਿੱਗਿਆ ਸੀ ਜਾ ਕੇ। ਮਹਾਰਾਜ ਵਰਗਾ ਜਰਨੈਲ ਕੌਣ ਹੋ ਸਕਦਾ? ਰਾਜੇ ਹਰੀ ਚੰਦ ਦੀ ਮੌਤ ਦੇ ਨਾਲ ਹੀ ਸਾਧ ਸੰਗਤ ਜੀ ਭੰਗਾਣੀ ਦਾ ਯੁੱਧ ਜਿੱਤਿਆ ਗਿਆ ਸੀ। ਰਣੰ ਜੀਤ ਆਏ ਜਯੰ ਗੀਤ ਗਾਏ। ਹੁਣ ਤੇ ਆਪਾਂ ਦਸਮ ਦੀ ਬਾਣੀ ਪੜ੍ਹਦੇ ਹੀ ਨਹੀਂ ਨਾ ਜੀ, ਤੇ ਪ੍ਰਚਾਰਕ ਵੀ ਸਾਡੇ ਉਹੋ ਜਿਹੇ ਆ ਗਏ ਜਿਹੜੇ ਸਾਨੂੰ ਕਹਿੰਦੇ ਨੇ ਦਸਮ ਦੀ ਬਾਣੀ ਨਾ ਪੜ੍ਹਿਓ, ਇਹ ਨਹੀਂ ਸਾਡੀ। ਕਿਉਂਕਿ ਜਦੋਂ ਦਸਮ ਦੀ ਬਾਣੀ ਪੜਾਂਗੇ ਤੇ ਪਤਾ ਲੱਗੇਗਾ। ਦਸਮ ਦੀ ਬਾਣੀ ਪੜ੍ਹਿਆ ਤੇ ਸ਼ਸਤਰਾਂ ਬਾਰੇ, ਰਾਜ ਬਾਰੇ, ਰਾਜਨੀਤੀ ਬਾਰੇ, ਕਿੱਥੋਂ ਕਿੱਥੋਂ ਕਿਸੇ ਦਾ ਜੀਵਨ ਗਿਰਾਇਆ ਜਾ ਸਕਦਾ, ਸੱਚੇ ਪਾਤਸ਼ਾਹ ਨੇ ਸਾਰੇ ਭੇਦ ਖੋਲ ਕੇ ਦੱਸੇ ਨੇ ਦਸਮ ਦੀ ਬਾਣੀ ਦੇ ਵਿੱਚ। ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ। ਮਹਾਰਾਜ ਵਰਗਾ ਲਖਾਰੀ ਕੋਈ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਵਰਗਾ ਯੋਧਾ ਜਰਨੈਲ ਕੋਈ ਨਹੀਂ, ਸਾਧ ਸੰਗਤ ਜੀ ਦਾਨੀ ਵੀ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਕੋਈ ਨਹੀਂ। ਜਿੱਦਣ ਹਜ਼ੂਰ ਦੇ ਦਰਬਾਰ ਗੁਰੂ ਨਾਨਕ ਦੇ ਘਰ ਹਿੰਦੂ ਲੋਕ, ਕਸ਼ਮੀਰ ਦੇ ਪੰਡਤ ਲੋਕ ਆਪਣੇ ਧਰਮ ਦੀ ਰਖਵਾਲੀ ਵਾਸਤੇ ਆਜਿਜ਼ ਹੋ ਕੇ ਆਏ, ਝੋਲੀ ਅੱਡੀ, ਸਾਡੇ ਧਰਮ ਦੀ ਰੱਖਿਆ ਕਰੋ। ਇਤਿਹਾਸ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ। ਉਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਗੁਰਦੇਵ ਪਿਤਾ ਦਾ ਸੀਸ ਉਹਨਾਂ ਨੂੰ ਭੇਟ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਰਗਾ ਦਾਨੀ ਕੋਈ ਨਹੀਂ, ਐਸਾ ਫਕੀਰ ਵੀ ਕੋਈ ਨਹੀਂ। ਜਿੱਦਣ ਰਾਜ ਕੀਤਾ, ਮਹਾਰਾਜ ਵਰਗਾ ਰਾਜ ਨਾ ਕੋਈ ਕਰ ਸਕਿਆ। ਸਤਿਗੁਰਾਂ ਦੇ ਤਖਤ ਦੇ ਉੱਤੇ ਜਿਹੜਾ ਚੰਦੋਆ ਸਾਹਿਬ ਲੱਗਿਆ ਹੁੰਦਾ ਸੀ 2.5 ਲੱਖ ਦਾ ਸੀ ਜੀ ਉਸ ਵੇਲੇ ਦਾ, ਕਾਬਲ ਦੀ ਸੰਗਤ ਨੇ ਬਣਾਇਆ ਹੋਇਆ ਸੀ। ਮਹਾਰਾਜ ਜਿਸ ਚੌਂਕੀ ਦੇ ਉੱਤੇ ਚਰਨ ਰੱਖਦੇ ਸੀ ਉਹ ਚੌਂਕੀ 1.25 ਲੱਖ ਦੀ ਸੀ। ਇੱਕ ਇੱਕ ਤੀਰ ਦੇ ਨਾਲ 1.25 ਤੋਲਾ ਸੋਨਾ ਲੱਗਿਆ ਹੁੰਦਾ ਸੀ। ਬੜੇ ਰਾਜੇ ਮਹਾਰਾਜੇ ਹੋਏ ਪਰ ਆਪਣੇ ਤੀਰਾਂ ਦੇ ਨਾਲ ਕਿਸੇ ਨੇ ਸੋਨਾ ਨਹੀਂ ਸੀ ਲਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਇਆ। ਤੇ ਜਿੱਦਣ ਸਾਧ ਸੰਗਤ ਜੀ ਤਿਆਗ ਦੀ ਗੱਲ ਆਈ ਤੇ ਇਤਿਹਾਸਕਾਰ ਲਿਖਦੇ ਨੇ ਜੀ ਪੁਰਾਣਿਆਂ ਯੁੱਗਾਂ ਦੀ ਬਾਬਤ, ਕਹਿੰਦੇ 2 ਸੁਤ ਰਹੇ ਘਰ ਬਣ ਕੋ ਸੁਧਾਰੇ, 2 ਛੱਤ ਪਰ ਚੜ ਦਸ਼ਰਥ ਪ੍ਰਾਣ ਕੋ ਨਿਕਾਰੇ ਹੈ। अश्वत्थामा हतो सुन द्रोणा जी ने प्राण त्यागे, नर और कुंचर का भेद ना विचारे हैं। 100 पूत मुए थे विशिष्ट मुन ज्ञानी जी के, पेट पत्थर बांध तन व्यास जी में डारे हैं। ऐसा कोई आया नहीं जहान विच खालसा जी, चारे पुत वार के भी शुक्र गुजारे। ऐसा फकीर हथी बन के शहीदियां दे गाने, गुरां ने पुत तोरे जंग, बन के शहीदियां दे गाने, गुरां ने पुत तोरे जंग। हथी बन के शहीदियां दे गाने, गुरां ने
ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਹੱਥੀਂ ਬੰਨ ਕੇ ਸ਼ਹੀਦੀਆਂ ਦੇ ਗਾਨੇ ਗੁਰਾਂ ਨੇ ਪੁੱਤ ਤੋਰੇ ਜੰਗ ਨੂੰ ਜਿਸ ਵੇਲੇ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਮਹਾਰਾਜ ਸੱਚੇ ਪਾਤਸ਼ਾਹ ਆਪ ਜਫਰਨਾਮੇ ਦੇ ਵਿੱਚ ਲਿਖਦੇ ਨੇ, ਕਹਿੰਦੇ ਗੁਰਸ਼ ਨੇ ਚਿਹਕਾਰੇ ਅਦਨ ਚਹਿਲ ਨਰ ਕਿ 10 ਲੱਖ ਬਰ ਆਇਤ ਬਰੋ ਬੇਖਬਰ। ਕਹਿੰਦੇ 40 ਸਿੱਖ ਮਹੀਨਿਆਂ ਬੱਧੀ ਜਿਨ੍ਹਾਂ ਨੇ ਭੁੱਖਾਂ ਦਾ ਦੁੱਖ ਕੱਟਿਆ, ਬੇਆਰਾਮੀਆਂ ਝੱਲੀਆਂ ਨੇ, ਕਸ਼ਟ ਝੱਲੇ ਨੇ, ਉਹਨਾਂ ਨੂੰ ਫੜਨ ਵਾਸਤੇ ਮਾਰਨ ਵਾਸਤੇ 10 ਲੱਖ ਦਾ ਘੇਰਾ ਪਿਆ। ਮਾਰੇ ਕਹਿੰਦੇ ਔਰੰਗਜ਼ੇਬ ਤੈਨੂੰ ਤੇ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈ। ਉਹ 40 ਨੂੰ ਫੜਨ ਵਾਸਤੇ ਮਾਰਨ ਵਾਸਤੇ 10 ਲੱਖ ਭੇਜਿਆ। ਹੁਣ ਇੱਥੇ ਉਹ ਵਚਨ ਸੱਚ ਕਰਕੇ ਵਿਖਾਇਆ ਸੀ ਜਿਹੜਾ ਕਦੇ ਸਕੇਤ ਮੰਡੀ ਦੀ ਧਰਤੀ ਤੇ ਕੀਤਾ ਸੀ ਸੱਚੇ ਪਾਤਸ਼ਾਹ ਨੇ। ਸਕੇਤ ਮੰਡੀ ਦੀ ਧਰਤੀ ਤੇ ਰਾਜਿਆਂ ਦੇ ਨਾਲ ਜਿਸ ਵੇਲੇ ਸਭਾ ਲੱਗੀ ਸੀ, ਮੀਟਿੰਗ ਹੋਈ ਸੀ ਨਾ ਜੀ, ਉਸ ਸਭਾ ਦੇ ਵਿੱਚ ਰਾਜੇ ਲੋਕ ਕਹਿੰਦੇ ਸਨ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਪਰ ਸਾਨੂੰ ਅਲੱਗਾ ਛਕਾਇਆ ਜਾਵੇ, ਅਸੀਂ ਬਾਕੀ ਸਾਰਿਆਂ ਦੇ ਨਾਲ ਅਸੀਂ ਅੰਮ੍ਰਿਤ ਨਹੀਂ ਛਕਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਜਿਨ ਕੀ ਜਾਤ ਵਰਨ ਕੁਲ ਨਾਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ। ਮਾਰੇ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਂਦੇ ਹੋ ਨਾ ਇਹ ਗਰੀਬੜੇ ਜਿਹੇ ਸਿੱਖ ਨੇ ਜੀ, ਗਰੀਬੜੇ ਜਿਹੇ। ਮਾਰੇ ਕਹਿੰਦੇ ਇਹਨਾਂ ਨੂੰ ਸਰਦਾਰ ਜੀ ਕਿਆ ਕਰੇਗਾ ਸੰਸਾਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਦਾਰ ਜੀ ਕਿਆ ਕਰਨਗੇ ਇਹਨਾਂ ਨੂੰ ਸਰਦਾਰ ਬਣਾ ਦਿਆਂਗਾ। ਇੱਕ ਉੱਠਿਆ ਰਾਜਾ ਵਿੱਚੋਂ ਕਹਿੰਦਾ ਜਿਨ੍ਹਾਂ ਨੂੰ ਤੁਸੀਂ ਸਰਦਾਰੀਆਂ ਦੇਣ ਦੀ ਗੱਲ ਕਰਦੇ ਹੋ ਤੇ ਚਿੜੀਆਂ ਵਰਗੇ ਨੇ, ਚਿੜੀਆਂ ਵਰਗੇ, ਤੇ ਅਸੀਂ ਆ ਬਾਜਾਂ ਦੀ ਨਿਆਈ। ਬਾਜਾਂ ਦਾ ਮੁਕਾਬਲਾ ਭਲਾ ਚਿੜੀਆਂ ਕਿੱਥੋਂ ਕਰ ਸਕਦੀਆਂ ਨੇ? ਮਹਾਰਾਜ ਸੁਣ ਰਹੇ ਆ। ਦੂਜਾ ਰਾਜਾ ਬੋਲਿਆ, ਕਹਿੰਦਾ ਇਹ ਤਾਂ ਗਿੱਦੜਾਂ ਦੀ ਨਿਆਈ ਨੇ ਤੇ ਗਿੱਦੜ ਸ਼ੇਰਾਂ ਦਾ ਮੁਕਾਬਲਾ ਕਿੱਥੋਂ ਕਰ ਲੈਣਗੇ? ਤੀਜਾ ਬੋਲਿਆ, ਕਹਿੰਦਾ ਇਹਨਾਂ ਦੀ ਗਿਣਤੀ ਹੈ ਕਿੰਨੀ ਕੁ, ਕਿੰਨਿਆਂ ਕੁ ਨੂੰ ਤਿਆਰ ਕਰ ਲਓਗੇ? ਸਾਡੇ ਕੋਲੇ ਤੇ ਇੰਨੀਆਂ ਫੌਜਾਂ ਨੇ, ਸਾਡੇ ਅੱਗੇ ਨਹੀਂ ਖੜ ਸਕਦੇ, ਨਹੀਂ ਠਹਿਰ ਸਕਦੇ। ਹਜ਼ੂਰ ਨੇ ਤਿੰਨਾਂ ਦਾ ਜਵਾਬ ਦਿੱਤਾ। ਮਾਰੇ ਕਹਿੰਦੇ ਜਿਨ੍ਹਾਂ ਨੂੰ ਚਿੜੀਆਂ ਆਂਦੇ ਉਹਨਾਂ ਇਹਨਾਂ ਦੇ ਵਿੱਚ ਹੀ ਇੰਨਾ ਬਲ ਭਰ ਦਿਆਂਗਾ ਇਹ ਬਾਜਾਂ ਦਾ ਮੁਕਾਬਲਾ ਕਰਨਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜੇ ਪਿਆਰ ਨਾਲ ਤੁਸੀਂ ਬਚਨ ਪੜ੍ਹਦੇ ਹੋ। ਚਿੜੀਓਂ ਸੇ ਮੈਂ ਬਾਜ ਤੁੜਾऊं, ਗਿੱਦੜੋਂ ਸੇ ਮੈਂ ਸ਼ੇਰ ਬਣਾऊं, 1.25 ਲੱਖ ਸੇ ਏਕ ਲੜਾऊं। ਤੁਸੀਂ ਕਹਿੰਦੇ ਹੋ ਇਹਨਾਂ ਦੀ ਗਿਣਤੀ, ਮੇਰਾ ਸਿੱਖ ਕੱਲਾ ਖੜਾ ਹੋਵੇਗਾ ਨਾ, ਕੱਲਾ 1.25 ਲੱਖ ਦੇ ਨਾਲ ਮੁਕਾਬਲਾ ਕਰਨ ਦਾ ਜਿਗਰਾ ਹੋਏਗਾ ਉਹਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੱਲੇ ਦਾ 1.25 ਲੱਖ ਨਾਲ ਮੁਕਾਬਲਾ ਕਰਨ ਦਾ ਜਿਗਰਾ। ਐਸੀ ਸਪਿਰਿਟ, ਐਸੀ ਤਾਕਤ। ਆ ਮੋਰਚਾ ਚੱਲਿਆ ਦੇਖੋ, ਸਾਲ ਤੋਂ ਵੀ ਉੱਤੇ ਸਮਾਂ ਲੱਗਿਆ। ਇਸ ਮੋਰਚੇ ਦੇ ਅੰਦਰ ਪੂਰੇ ਵਿਸ਼ਵ ਦੇ ਵਿੱਚ ਜੋ ਸਿੱਖਾਂ ਦੀ, ਪੰਜਾਬੀਆਂ ਦੀ ਤਸਵੀਰ ਜਿਸ ਨੂੰ ਧੁੰਦਲਾ ਕਰ ਦਿੱਤਾ ਸੀ ਏਜੰਸੀਆਂ ਨੇ, ਉਹ ਦੁਆਰਾ ਨਿਖਰ ਕੇ ਸਾਹਮਣੇ ਆਈ। ਕਿਸੇ ਪੱਤਰਕਾਰ ਨੇ ਇੱਕ ਪ੍ਰੇਮੀ ਨੂੰ ਸਵਾਲ ਪੁੱਛਿਆ,
ਉਹ ਤੁਸੀਂ ਇੰਨੇ ਦੁੱਖ ਝੱਲਦੇ ਹੋ, ਇੰਨੀਆਂ ਤਕਲੀਫਾਂ ਝੱਲਦੇ ਹੋ, ਅੱਤ ਦੀ ਸਰਦੀ ਝੱਲੀ, ਅੱਤ ਦੀ ਗਰਮੀ ਝੱਲੀ, ਬਰਸਾਤਾਂ ਝੱਲੀਆਂ, ਇੰਨੇ ਦੁੱਖ ਝੱਲੇ, ਪਰ ਤੁਹਾਡੇ ਚਿਹਰੇ ਫੇਰ ਵੀ ਹਸੂ ਹਸੂ ਕਰਦੇ ਆ। ਤੁਹਾਡੇ ਚਿਹਰਿਆਂ ਦੇ ਉੱਤੇ ਮਾਯੂਸੀ ਨਹੀਂ ਹੈ ਕਦੇ ਵੇਖੀ ਅਸੀਂ। ਤੁਹਾਡੇ ਕੋਲ ਕੁਝ ਹੋਵੇ ਭਾਵੇਂ ਨਾ ਹੋਵੇ, ਤੁਸੀਂ ਭੁੱਖੇ ਬੈਠੇ ਹੋਵੋ, ਪਰ ਤੁਸੀਂ ਆਨੇ ਹੋ ਅਸੀਂ ਚੜ੍ਹਦੀ ਕਲਾ ਵਿੱਚ ਆ। ਇਹ ਤਾਕਤ ਤੁਹਾਨੂੰ ਮਿਲਦੀ ਕਿੱਥੋਂ ਹੈ? ਇਹ ਸਪਿਰਿਟ ਤੁਹਾਡੇ ਵਿੱਚ ਆਉਂਦੀ ਕਿੱਥੋਂ ਹੈ? ਜਵਾਬ ਦੇਣ ਵਾਲੇ ਨੇ ਜਵਾਬ ਬੜਾ ਸੋਹਣਾ ਦਿੱਤਾ। ਉਹ ਆਂਦਾ ਇਹ ਸਪਿਰਿਟ ਸਾਨੂੰ ਸਾਡੇ ਇਤਿਹਾਸ ਵਿੱਚੋਂ ਮਿਲਦੀ ਆ। ਸਾਡੇ ਸਤਿਗੁਰਾਂ ਨੇ ਸਾਨੂੰ ਪੂਰਨੇ ਪਾ ਕੇ ਦਿੱਤੇ ਹੋਏ ਆ, ਅਸੀਂ ਤੇ ਗਾਂ ਬਸ ਉਹਨਾਂ ਪੂਰਨਿਆਂ ਤੇ ਚੱਲ ਰਹੇ ਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਅਸੀਂ ਤੇ ਉਹਨਾਂ ਪੂਰਨਿਆਂ ਤੇ ਚੱਲ ਰਹੇ ਆ। ਸਾਡੇ ਸਤਿਗੁਰਾਂ ਨੇ ਸਾਨੂੰ ਇਤਿਹਾਸ ਸਿਰਜ ਕੇ ਦਿੱਤਾ ਹੈ। ਇਤਿਹਾਸ, ਜੇ ਇਤਿਹਾਸ ਦੇ ਵਿੱਚ ਉਹ ਘਟਨਾਵਾਂ ਹੋਈਆਂ ਨਾ ਹੁੰਦੀਆਂ ਤੇ ਕਦੇ ਸਿੱਖਾਂ ਦੇ ਵਿੱਚ ਇਹ ਸਪਿਰਿਟ ਨਹੀਂ ਸੀ ਆ ਸਕਦੀ। ਇਹ ਸਪਿਰਿਟ ਹੈ ਹੀ ਇਸ ਕਰਕੇ, ਇਹ ਤਾਕਤ ਹੈ ਹੀ ਇਸ ਕਰਕੇ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਹ ਇਤਿਹਾਸ ਸਿਰਜ ਕੇ ਦਿੱਤਾ ਹੈ। ਆਪਣੇ ਪਿੰਡੇ ਤੇ ਸਭ ਕੁਝ ਹੰਢਾ ਕੇ, ਆਪਣੇ ਪਿੰਡੇ ਤੇ ਸਭ ਕੁਝ ਹੰਢਾ ਕੇ ਸਾਧ ਸੰਗਤ ਜੀ ਸੰਸਾਰ ਨੂੰ ਪੂਰਨੇ ਪਾ ਕੇ ਦਿੱਤੇ ਨੇ ਵੀ ਐਦਾਂ ਵੀ ਖੁਸ਼ ਰਿਹਾ ਜਾ ਸਕਦਾ। ਦੁੱਖਾਂ ਦੇ ਵਿੱਚ, ਭੁੱਖਾਂ ਦੇ ਵਿੱਚ, ਕਸ਼ਟਾਂ ਦੇ ਵਿੱਚ, ਕੰਡਿਆਂ ਤੇ ਆਸਣ ਲਾ ਕੇ ਵੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਾ ਸਕਦਾ। ਆਪਾਂ ਨੂੰ ਤੇ ਮਾੜਾ ਜਿਹਾ ਦੁੱਖ ਆ, ਜੇ ਆਪਾਂ ਰੱਬ ਨੂੰ ਮਿਹਣੇ ਨਹੀਂ ਮਾਰਦੇ, ਤਾਨੇ ਨਹੀਂ ਦਿੰਦੇ ਮੇਰੇ ਨਾਲ ਆ ਕੀ ਹੋ ਗਿਆ। ਮਹਾਂਪੁਰਸ਼ਾਂ ਕੋਲ ਵੀ ਬੜੇ ਆਉਂਦੇ ਹੋਣਗੇ। ਸਟੇਜ ਦੇ ਉੱਤੇ ਸਤਿਕਾਰਤ ਸ਼ਖਸੀਅਤਾਂ ਬੈਠੀਆਂ ਨੇ। ਬਾਬਾ ਜੀ ਟੂਟੋ ਮਜਾਰੇ ਵਾਲੇ ਬੈਠੇ ਨੇ, ਸੰਤ ਮਹਾਰਾਜ ਜੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਵਨ ਅਸਥਾਨ ਤੋਂ ਸੰਤ ਬਾਬਾ ਭਗਵੰਤ ਭਜਨ ਸਿੰਘ ਜੀ ਦਕੋਹੇ ਵਾਲੇ ਮਹਾਂਪੁਰਸ਼, ਹੋਰ ਸਤਿਕਾਰਤ ਸ਼ਖਸੀਅਤਾਂ ਜਿੰਨੀਆਂ ਵੀ ਸਟੇਜ ਤੇ ਕਹਿੰਦੇ ਨਹੀਂ ਕਈ ਵਾਰੀ ਬਾਬਾ ਜੀ ਅਸੀਂ ਤੇ ਬੜੇ ਦੁਖੀ ਹੋ ਗਏ, ਰੱਬ ਨੇ ਪਤਾ ਨਹੀਂ ਸਾਡੇ ਨਾਲ ਕਿਹੜਾ ਵੈਰ ਕੱਢਿਆ, ਕਹਿੰਦੇ ਨੇ ਕਈ ਵਾਰੀ। ਪਰ ਗੁਰਮਖੋ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪ੍ਰੇਮ ਨਾਲ ਪੜ੍ਹ ਲਿਓ, ਸੁਣ ਲਿਓ। ਫਿਰ ਜਪਜੀ ਸਾਹਿਬ ਦੀਆਂ ਆ ਪੰਕਤੀਆਂ ਪੜ੍ਹਿਓ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾ। ਪੜ੍ਹਦੇ ਆਪਾਂ ਵੀ ਹਾਂ ਜਪਜੀ ਸਾਹਿਬ ਚ ਰੋਜ਼, ਪਰ ਕਦੇ ਦੁੱਖਾਂ ਨੂੰ ਦਾਤੇ ਦੀ ਦਾਤ ਸਮਝਿਆ। ਸੁੱਖ ਨੂੰ ਤੇ ਦਾਤੇ ਦੀ ਦਾਤ ਸਮਝਦੇ ਆ, ਕਦੇ ਦੁੱਖ ਨੂੰ ਨਹੀਂ ਸਮਝਿਆ। ਦੁੱਖ ਨੂੰ ਤੇ ਕਹਿੰਦੇ ਆ ਵੀ ਇਹ ਦਾਤੇ ਨੇ ਦਾਤ ਥੋੜੋ ਦਿੱਤੀ ਹੈ, ਇਹ ਤੇ ਸਾਡੇ ਨਾਲ ਵੈਰ ਕੱਢਿਆ ਹੈ। ਦੱਸੋ ਦਾਤੇ ਦਾ ਤੁਹਾਡੇ ਨਾਲ ਕਾਹਦਾ ਵੈਰ? ਦੁੱਖਾਂ ਨੂੰ ਵੀ ਉਹਦੀ ਦਾਤ ਸਮਝ ਕੇ ਸ਼ੁਕਰਾਨਾ ਕਰਨਾ ਜੇ ਸਿੱਖਣਾ ਤੇ ਬਾਜਾਂ ਵਾਲੇ ਦਾ ਇਤਿਹਾਸ ਪੜ੍ਹ ਲਿਓ। 18 ਸਾਲ ਦਾ ਜਵਾਨ ਪੁੱਤ ਅਜੀਤ ਸਿੰਘ ਜੰਗ ਨੂੰ ਜਾ ਰਿਹਾ ਹੈ। ਮਹਾਰਾਜ ਆਪ ਤਿਆਰ ਕਰ ਰਹੇ ਆ, ਸ਼ਸਤਰ ਬਸਤਰ ਸਜਾ ਰਹੇ ਆ, ਤੇ ਭਾਈ ਦਇਆ ਸਿੰਘ ਨੂੰ ਮਹਾਰਾਜ ਕੀ ਕਹਿੰਦੇ ਆ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਭਾਈ ਦਇਆ ਸਿੰਘ ਜੀ ਸਾਨੂੰ ਵਧਾਈ ਦਿਓ। ਕਾਦੀ ਵਧਾਈ ਮਹਾਰਾਜ? ਵਧਾਈਆਂ ਤੇ ਖੁਸ਼ੀ ਦੇ ਮੌਕਿਆਂ ਤੇ ਦਿੱਤੀਆਂ ਜਾਂਦੀਆਂ ਨੇ। ਇਸ ਵੇਲੇ ਜੰਗ ਲੱਗਿਆ ਹੋਇਆ, ਖੰਡੇ ਤੇ ਖੰਡਾ ਖੜਕ ਰਿਹਾ ਹੈ, ਸਿੰਘ ਸ਼ਹੀਦ ਹੋ ਰਹੇ ਆ। ਆਪ ਜੀ ਦਾ ਲਾਡਲਾ ਵੀ ਜੰਗ ਨੂੰ ਜਾ ਰਿਹਾ, ਪਤਾ ਹੈ ਵੀ ਇਹਨੇ ਵੀ ਮੁੜ ਕੇ ਨਹੀਂ ਆਉਣਾ, ਤੇ ਤੁਸੀਂ ਕਹਿੰਦੇ ਹੋ ਵਧਾਈਆਂ ਦਿਓ। ਕਾਦੀ ਵਧਾਈ ਦਈਏ? ਮੈਨੂੰ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਵਣ ਚੱਲਿਆ। ਦਿਓ ਵਧਾਈਆਂ ਜੀ, ਮੌਤ ਵਿਆਵਣ ਚੱਲਿਆ। ਦੇਵੋ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਵਣ ਚੱਲਿਆ। ਦੇਵੋ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਵਣ ਚੱਲਿਆ। ਦੇਵੋ ਵਧਾਈਆਂ ਜੀ, ਮੈਨੂੰ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਵਣ ਚੱਲਿਆ। ਮੌਤ ਵਿਆਵਣ ਚੱਲਿਆ, 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 ਮੌਤ ਵਿਆਵਣ ਚੱਲਿਆ। ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਵਣ ਚੱਲਿਆ।
ਪਾਤਸ਼ਾਹ ਮਹਾਰਾਜ ਕਹਿੰਦੇ ਮੇਰਾ ਲਾਲ ਅਜੀਤ ਸਿੰਘ ਮੌਤ ਨੂੰ ਵਿਆਉਣ ਚੱਲਿਆ। ਸਾਧ ਸੰਗਤ ਜੀ ਹੱਸ ਕੇ ਆਪਣੇ ਲਾਲ ਨੂੰ ਸ਼ਹੀਦ ਹੋਣ ਵਾਸਤੇ ਤੋਰਦੇ ਆ ਤੇ ਨਾਲੇ ਕਹਿੰਦੇ ਅਜੀਤ ਸਿੰਘ ਜਿੱਦਣ ਤੇਰਾ ਜਨਮ ਹੋਇਆ ਸੀ ਅਸੀਂ ਭੰਗਾਣੀ ਦਾ ਯੁੱਧ ਜਿੱਤਿਆ ਸੀ, ਭੰਗਾਣੀ ਦਾ ਜੰਗ ਜਿੱਤਿਆ ਸੀ। ਜੰਗ ਜਿੱਤਣ ਦੀ ਖੁਸ਼ੀ ਵਿੱਚ ਤੇਰਾ ਨਾਮ ਰੱਖਿਆ ਸੀ ਅਜੀਤ ਸਿੰਘ। ਅਜੀਤ ਦੇ ਮਾਇਨੇ ਨੇ ਜਿਹਨੂੰ ਕੋਈ ਜਿੱਤ ਨਾ ਸਕੇ। ਤੇ ਅਸੀਂ ਅੱਜ ਅੱਖੀਂ ਵੇਖਾਂਗੇ ਤੁਸੀਂ ਆਪਣੇ ਨਾਮ ਨੂੰ ਕਿੰਨਾ ਕੁ ਸਫਲ ਕਰਦੇ ਹੋ। ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਸੀ नाम का अजीत हूं जीता नहीं जाऊंगा, जीता गया तो वापस जीता नहीं आऊंगा। थापड़ा लेके तुरे आ। इतिहासकार कहते हैं तकरीबन पहर सवा पहर का समा जंग करिया, बड़ी भयानक लड़ाई, बड़ा भयानक युद्ध होया। 350 ਤੋਂ ਉੱਤੇ ਫੱਟ ਸਨ ਬਾਬੇ ਅਜੀਤ ਸਿੰਘ ਦੇ ਸਰੀਰ ਤੇ ਜਦੋਂ ਉਹ ਸ਼ਹੀਦ ਹੋਏ ਆ। 365 ਦੇ ਕਰੀਬ ਗਿਣਤੀ ਦੱਸਦੇ ਨੇ ਜੀ ਇਤਿਹਾਸਕਾਰ ਵੀ ਬਾਬੇ ਅਜੀਤ ਸਿੰਘ ਦੇ ਸਰੀਰ ਤੇ ਇੰਨੇ ਫੱਟ ਸਨ। ਤੇ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਕੇ ਧਰਤ ਤੇ ਡਿੱਗੇ ਆ ਨਾ ਜੀ, ਤੇ ਉਹ ਦੂਰ ਗੜੀ ਦੀ ਮਮਟੀ ਤੇ ਖੜੇ ਬਾਜਾਂ ਵਾਲੇ ਦੇਖ ਰਹੇ ਆ। ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤ। ਪੁੱਤਰਾਂ ਦੀ ਬਾਬਤ ਵਿਦਵਾਨਾਂ ਨੇ ਬੜਾ ਸੋਹਣਾ ਲਿਖਿਆ ਜੀ। ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਮੰਜ਼ਲ ਮੁਕਾਮ ਦਾ ਦੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਦੇਖਿਆ ਨਾ। ਹੰਸਾਂ ਜਹੇ ਪਿਆਰਿਆਂ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਮ ਦਾ ਦੇਖਿਆ ਨਾ। ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਦੇਖਿਆ ਨਾ। ਆਪਣੇ ਪੁੱਤ ਨੂੰ ਸ਼ਹੀਦ ਹੁੰਦਿਆਂ ਵੇਖਿਆ ਤੇ ਖੁਸ਼ੀ ਦੇ ਵਿੱਚ ਜੈਕਾਰਾ ਬੁਲਾਇਆ, ਸ਼ੁਕਰਾਨੇ ਦੇ ਵਿੱਚ ਜੈਕਾਰਾ ਬੁਲਾਇਆ। ਮਮਟੀ ਤੋਂ ਹੇਠਾਂ ਆਏ, 14 ਸਾਲ ਦੇ ਕਰੀਬ ਉਮਰ। ਬਾਬਾ ਜੁਝਾਰ ਸਿੰਘ ਜੀ ਹੱਥ ਜੋੜੀ ਖੜੇ ਆ, ਪਿਤਾ ਜੀ ਅੱਜ ਤਾਈਂ ਨਹੀਂ ਕਦੇ ਫਰਕ ਕੀਤਾ, ਅੱਜ ਕਾਹਨੂੰ ਫਰਕ ਕਰਦੇ ਹੋ? ਦੋਹਾਂ ਵੀਰਾਂ ਨੂੰ ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ ਸਭ ਕੁਝ ਇੱਕੋ ਜਿਹਾ, ਘੋੜ ਸਵਾਰੀ ਇਕੱਠਿਆਂ ਨੂੰ ਸਿਖਾਈ। ਮਹਾਰਾਜ ਅੱਜ ਵੱਡਾ ਵੀਰ ਸ਼ਹੀਦ ਹੋ ਗਿਆ ਤੇ ਮੈਂ ਉਦੋਂ ਹੀ ਤੁਰਿਆ ਪਿਆ। ਦੁਨੀਆ ਦੇ ਲੋਕ ਉਦਾਹਰਨਾਂ ਦਿੰਦੇ ਸਨ ਜਦੋਂ ਭਰਾਵਾਂ ਦੇ ਪ੍ਰੇਮ ਦੀ ਗੱਲ ਚੱਲਦੀ ਸੀ। ਸ੍ਰੀ ਰਾਮ ਜੀ ਮਹਾਰਾਜ ਤੇ ਸ੍ਰੀ ਲక్ష్మణ ਜੀ ਮਹਾਰਾਜ, ਰਾਮ ਜੀ ਬਨਵਾਸ ਨੂੰ ਤੁਰੇ ਸੀ, ਲక్ష్మణ ਜੀ ਨਾਲ ਤੁਰ ਪਏ। ਮੇਰਾ ਵੀਰ ਜੰਗਲਾਂ ਵਿੱਚ ਰਹੇਗਾ ਤੇ ਮੈਂ ਮਹਿਲਾਂ ਵਿੱਚ ਕਿੱਦਾਂ ਬੈਠਾ ਰਹਿ ਜਾਵਾਂ? ਭਰਾਵਾਂ ਦੇ ਪਿਆਰ ਦੀ ਅੱਜ ਦੀ ਗੱਲ ਨਹੀਂ ਹੈ, ਅੱਜ ਦੀ ਗੱਲ ਨਹੀਂ। ਅੱਜ ਤੇ ਸਾਧ ਸਿੰਘ ਜੀ ਇੱਥੋਂ ਤੱਕ ਹਾਲਾਤ ਬਣੇ ਹੋਏ ਆ ਕਈ ਪਰਿਵਾਰਾਂ ਦੇ, ਇੱਕ ਭਰਾ ਕਹਿੰਦਾ ਮੈਂ ਹੀ ਵਸਦਾ ਰਹਿ ਜਾਵਾਂ, ਨਾਲ ਦਾ ਭਰਾ ਤੇ ਉਜੜੀ ਜਾਵੇ ਤਾਂ ਚੰਗਾ। ਅੱਜ ਦੀ ਗੱਲ ਕੁਝ ਹੋ ਰਿਹਾ, ਸਾਧੂਆਂ ਦੇ ਸੰਗੀਆਂ ਦੀ ਗੱਲ ਕੁਝ ਹੋ ਰਿਹਾ। ਪਰਮੇਸ਼ਰ ਨੇ ਜਿਨ੍ਹਾਂ ਨੂੰ ਸਬਰ ਸੰਤੋਖ ਬਖਸ਼ਿਆ ਹੋਇਆ, ਨਹੀਂ ਤੇ ਸਮਾਜ ਦੇ ਹਾਲਾਤ ਇਹੋ ਜਿਹੇ ਹੀ ਆ ਜੀ। ਕਿਸੇ ਬਗਾਨੇ ਤੋਂ ਨਹੀਂ ਖਤਰਾ, ਆਪਣਿਆਂ ਤੋਂ ਹੀ ਖਤਰਾ ਆ ਜੀ। ਆਪਣਿਆਂ ਤੋਂ ਹਰ ਇੱਕ ਡਰ ਰਿਹਾ ਬਸ। ਗੁਰਮੁਖੋ, ਭਰਾਵਾਂ ਦੇ ਪਿਆਰ ਦੀ ਜਦੋਂ ਉਦਾਹਰਣ ਦਿੱਤੀ ਜਾਂਦੀ ਸੀ, ਸ੍ਰੀ ਰਾਮ ਜੀ ਮਹਾਰਾਜ ਤੇ ਸ੍ਰੀ ਲక్ష్మణ ਜੀ ਦਾ ਨਾਮ ਆਇਆ ਕਰਦਾ ਸੀ। ਪਰ ਆ ਵੀ ਇੱਕ ਭਰਾਵਾਂ ਦੀ ਜੋੜੀ ਆ। ਇੱਕ ਭਰਾ ਸ਼ਹੀਦ ਹੋ ਗਿਆ, ਦੂਜਾ ਭਰਾ ਆਗਿਆ ਮੰਗ ਰਿਹਾ, ਮਹਾਰਾਜ ਮੈਨੂੰ ਵੀ ਤੋਰ ਦਿਓ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ।
ਵੱਡਾ ਵੀਰ ਗਿਆ ਜਗ ਨੂੰ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜਗ ਨੂੰ। ਆਗਿਆ ਪਿਤਾ ਜੀ ਮੈਂ ਵੀ ਜਾਵਾਂ ਵੱਡਾ ਵੀਰ ਗਿਆ ਜਗ ਨੂੰ। ਕਲਗੀਧਰ ਮਹਾਰਾਜ ਸਾਹਿਬ ਜੀਆਂ ਦੇ ਪਾਸੋਂ ਆਗਿਆ ਮੰਗ ਰਹੇ ਨੇ ਬਾਬਾ ਜੁਝਾਰ ਸਿੰਘ ਮਹਾਰਾਜ ਮੈਨੂੰ ਵੀ ਜਾਣ ਲੈਣ ਦਿਓ, ਇਹ ਸ਼ਹਾਦਤ ਦਾ ਜਾਮ ਮੈਨੂੰ ਵੀ ਬਖਸ਼ ਦਿਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਜੁਝਾਰ ਸਿੰਘ ਜੇ ਅਸੀਂ ਆਵਾਜ਼ ਮਾਰ ਕੇ ਸੱਦਦੇ ਤਾਂ ਇਤਿਹਾਸ ਕੁਝ ਹੋਰ ਬਣਨਾ ਸੀ, ਹੁਣ ਤੁਸੀਂ ਆਪਣੇ ਆਪ ਆਏ ਹੋ, ਹੁਣ ਇਤਿਹਾਸ ਕੁਝ ਹੋਰ ਬਣੇਗਾ। ਜਿੱਦਣ ਵੀ ਧਰਮ ਦੀ ਰੱਖਿਆ ਲਈ ਸਿਰਾਂ ਦੀ ਲੋੜ ਪਵੇਗੀ ਤੇਰੇ ਵਰਗੇ ਨੌਜਵਾਨ ਆਪ ਅੱਗੇ ਹੋ ਕੇ ਸੀਸ ਦਿਆ ਕਰਨਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਅੱਗੇ ਹੋ ਕੇ ਸੀਸ ਦਿਆ ਕਰਨਗੇ ਤੇਰੇ ਵਰਗੇ ਨੌਜਵਾਨ। ਕਿਸੇ ਨੇ ਸਵਾਲ ਕੀਤਾ ਇੱਕ ਵਿਦਵਾਨ ਮਹਾਂਪੁਰਸ਼ਾਂ ਨੂੰ, ਕਹਿੰਦੇ ਜੀ ਆਖਰ ਜਿਨ੍ਹਾਂ ਨੇ ਘੇਰੇ ਪਾਏ ਹੋਏ ਸਨ, ਜਿਹੜੇ ਜੰਗ ਕਰ ਰਹੇ ਸਨ ਸੱਚੇ ਪਾਤਸ਼ਾਹ ਦੇ ਨਾਲ, ਉਹਨਾਂ ਨੂੰ ਗਰੀਬ ਨਵਾਜ਼ੀਆਂ ਤੋਂ ਤੰਗੀ ਕੀ ਸੀ? ਲੜਾਈ ਸੀ ਕਿਸ ਗੱਲ ਦੀ? ਆਖਰ ਕਿਉਂ ਘੇਰੇ ਪਏ ਅਨੰਦਪੁਰ ਸਾਹਿਬ ਨੂੰ? ਕਿਉਂ ਜੰਗਾਂ ਹੋਈਆਂ? ਕਲਗੀਧਰ ਮਹਾਰਾਜ ਜੀਆਂ ਨੇ ਕਿਸੇ ਦਾ ਰਾਜ ਤਾਂ ਨਹੀਂ ਸੀ ਦੱਬਿਆ ਹੋਇਆ। ਅਨੰਦਪੁਰ ਸਾਹਿਬ ਵਸਿਆ, ਜਰ ਖਰੀਦ ਜ਼ਮੀਨ ਤੇ ਨਗਰ ਵਸਾਇਆ ਸੀ। ਕਿਸੇ ਦਾ ਰਾਜ ਨਹੀਂ ਸੀ ਨੱਪਿਆ ਹੋਇਆ, ਕਿਸੇ ਦਾ ਹੱਕ ਨਹੀਂ ਸੀ ਦੱਬਿਆ ਹੋਇਆ। ਫਿਰ ਕਿਉਂ ਜੰਗਾਂ ਹੋਈਆਂ? ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਕਿਸੇ ਦਾ ਕੀ ਮਾੜਾ ਕੀਤਾ ਸੀ? ਜਵਾਬ ਦੇਣ ਵਾਲੇ ਗੁਰਮੁਖਾਂ ਨੇ ਜਵਾਬ ਬੜਾ ਸੁੰਦਰ ਦਿੱਤਾ। ਕਹਿੰਦੇ ਮਹਾਰਾਜ ਨੇ ਮਾੜਾ ਨਹੀਂ ਸੀ ਕਿਸੇ ਦਾ ਕੀਤਾ, ਮਹਾਰਾਜ ਨੇ ਚੰਗਾ ਹੀ ਇੰਨਾ ਕਰ ਦਿੱਤਾ ਸੀ ਵੀ ਮਾੜਿਆਂ ਨੂੰ ਖਤਰਾ ਪੈਦਾ ਹੋ ਗਿਆ ਸੀ ਵੀ ਸਾਡਾ ਕੀ ਬਣੂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚੰਗਾ ਹੀ ਇੰਨਾ ਕਰ ਦਿੱਤਾ ਸੀ ਸੱਚੇ ਪਾਤਸ਼ਾਹ ਨੇ ਸਮਾਜ ਵਾਸਤੇ, ਮਾੜਿਆਂ ਨੂੰ ਖਤਰਾ ਪੈਦਾ ਹੋ ਗਿਆ ਸੀ ਵੀ ਸਾਡਾ ਕੀ ਬਣੇਗਾ। ਬਸ ਲੜਾਈ ਸਿਰਫ ਇਸ ਗੱਲ ਦੀ ਸੀ। ਗਰੀਬ ਨਵਾਜ਼ ਤੁਹਾਨੂੰ ਸਭ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੁੰਦੇ ਸਨ, ਤੇ ਜਿਹੜੇ ਉਹ ਲੋਕ ਸਨ ਉਹ ਤੁਹਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸਨ। ਲੜਾਈ ਸਿਰਫ ਇਸ ਗੱਲ ਦੀ ਸੀ, ਜੰਗ ਸਿਰਫ ਇਸ ਗੱਲ ਦੀ ਸੀ। ਉਹ ਲੋਕ ਸਮਾਜ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸਨ। ਮਹਾਰਾਜ ਸਾਹਿਬ ਕਹਿੰਦੇ ਸੀ ਨਹੀਂ, ਇਹਨਾਂ ਨੂੰ ਗੁਲਾਮ ਨਹੀਂ ਬਣਾ ਕੇ ਰੱਖ ਸਕਦਾ ਕੋਈ। ਇਹ ਪੰਜ ਪ੍ਰਧਾਨੀ ਦੀ, ਪੰਜ ਪ੍ਰਵਾਨੀ ਦੀ ਜਿਹੜੀ ਮਰਜ਼ਾਦਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਪੰਚਾਇਤੀ ਰਾਜ ਜਿਹਨੂੰ ਕਹਿ ਲਈਏ, ਪੰਜ ਪ੍ਰਵਾਨ। ਤੇ ਸਾਧ ਸੰਗਤ ਹੁਣ ਇੱਧਰ ਵੇਖੋ, ਫਿਰ ਬਾਬੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਸ਼ਸਤਰ ਵਸਤਰ ਸਜਾ ਕੇ ਤੋਰਨ ਲੱਗੇ ਤੇ ਗੜੀ ਦੇ ਬੂਹੇ ਦੇ ਉੱਤੇ ਬਾਬੇ ਸੰਗਤ ਸਿੰਘ ਦੀ ਡਿਊਟੀ, ਉਹਨਾਂ ਬੂਹਾ ਨਾ ਖੋਲਿਆ ਜੀ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਚੌਹਾਂ ਵਿੱਚੋਂ ਇੱਕੋ ਹੀ ਹੈ, ਇਹਨੂੰ ਤੇ ਰੱਖ ਲਓ। ਕਹਿੰਦੇ ਕਿਉਂ ਰੱਖ ਲਈਏ ਬਈ? ਕਹਿੰਦੇ ਜੀ ਜੱਗ ਤੇ ਨਿਸ਼ਾਨ ਰਹਿ ਜਾਂਦਾ ਹੈ, ਪੁੱਤਰ ਚਾਹੀਦਾ। ਮਹਾਰਾਜ ਕਹਿੰਦੇ ਜੱਗ ਤੇ ਨਿਸ਼ਾਨ ਪੁੱਤਾਂ ਨਾਲ ਨਹੀਂ ਰਹਿੰਦੇ, ਉਹ ਨੇਕ ਕਮਾਈ ਨਾਲ ਰਹਿੰਦੇ ਆ, ਨੇਕ ਕਰਨੀ ਨਾਲ ਰਹਿੰਦੇ ਆ, ਪੁੱਤਰਾਂ ਨਾਲ ਨਹੀਂ। ਤੇ ਬਾਕੀ ਰਹੀ ਗੱਲ ਪੁੱਤਰਾਂ ਦੀ, ਤੁਸੀਂ ਵੀ ਤੇ ਮੇਰੇ ਪੁੱਤਰ ਹੀ ਹੋ। ਪੁੱਤਰਾਂ ਨਾਲੋਂ ਵੱਧ ਕੇ ਮੈਨੂੰ ਖਾਲਸਾ ਪਿਆਰਾ ਹੈ, ਸਿੱਖ ਪਿਆਰੇ ਆ। ਜਾ ਲੈਣ ਦਿਓ ਜੁਝਾਰ ਸਿੰਘ ਨੂੰ ਵੀ। ਬਾਬਾ ਜੁਝਾਰ ਸਿੰਘ ਜੀ ਵੀ ਜਾਂਦੇ ਆ, ਉਸੇ ਤਰ੍ਹਾਂ ਅੱਖੀਂ ਵੇਖਦੇ ਆ ਸ਼ਹੀਦ ਹੁੰਦਿਆਂ, ਉਸੇ ਤਰ੍ਹਾਂ ਜਕਾਰੇ ਬੁਲਾਉਂਦੇ ਆ ਮਹਾਰਾਜ। ਤੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਆ ਇਦਾਂ, ਹੇ ਅਕਾਲ ਪੁਰਖ, 4 ਲਾਲ ਬਖਸ਼ੇ ਸੀ, ਉਹਨਾਂ ਵਿੱਚੋਂ 2 ਤੁਹਾਡੇ ਕੋਲ ਪਹੁੰਚ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 4 ਲਾਲ ਬਖਸ਼ੇ ਸੀ ਮਹਾਰਾਜ, 2 ਤੁਹਾਡੇ ਕੋਲ ਪਹੁੰਚ ਗਏ। ਤੁਹਾਡਾ ਸ਼ੁਕਰ ਹੈ ਤੁਸੀਂ ਉਹਨਾਂ ਦੀ ਜਿੰਦ ਲੇਖੇ ਲਾ ਲਈ, ਤੁਹਾਡਾ ਸ਼ੁਕਰ ਹੈ ਤੁਸੀਂ ਉਹਨਾਂ ਦਾ ਜੀਵਨ ਲੇਖੇ ਲਾ ਲਿਆ। ਹੁਣ ਅਗਲਾ ਇਤਿਹਾਸ, ਅਗਲਾ ਬਿਰਤਾਂਤ। ਅੱਛਾ ਜੀ, ਰਾਤ ਪਈ ਹੈ, ਯੁੱਧ ਬੰਦ ਹੋਇਆ ਹੈ, ਖਾਲਸੇ ਨੇ ਗੁਰਮਤਾ ਕੀਤਾ, ਮਹਾਰਾਜ ਨੂੰ ਮਨਾਇਆ,
ਗੜੀ ਛੱਡਣ ਵਾਸਤੇ ਗਰੀਬ ਨਵਾਜ ਤਾੜੀ ਮਾਰ ਕੇ ਗੜੀ ਛੱਡਦੇ ਆ, 3 ਵਾਰੀ ਤਾੜੀ ਮਾਰ ਕੇ ਆਖਦੇ ਆ ਪੀਰ ਹਿੰਦ ਮੇ ਰਵਦ। ਹਿੰਦੂਆਂ ਦਾ ਪੀਰ ਜਾ ਰਿਹਾ, ਕਿਸੇ ਵਿੱਚ ਹਿੰਮਤ ਹੈਗੀ ਤਾਂ ਫੜ ਲਓ। ਬਾਬਾ ਜੀ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ, 3 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮਹਾਰਾਜ ਦੇ ਹੁਕਮ ਦੇ ਨਾਲ ਤੁਰਦੇ ਆ। ਚਮਕੌਰ ਦੀ ਗੜੀ ਦਾ ਮੈਦਾਨ ਹੈ, ਮਹਾਰਾਜ ਲੰਘੇ ਜਾ ਰਹੇ ਆ, ਬਿਜਲੀ ਲਿਸ਼ਕਦੀ ਆ, ਲਿਸ਼ਕੋਰ ਪੈਂਦੀਆਂ ਨਾ ਜਿਸ ਵੇਲੇ ਸਾਰਾ ਆਲਾ ਦੁਆਲਾ ਦੀਦਾ ਹੈਗਾ। ਕਹਿੰਦੇ ਜੀ ਮਹਾਰਾਜ ਅੱਗੇ ਅੱਗੇ ਜਾ ਰਹੇ ਸੀ, ਭਾਈ ਦਇਆ ਸਿੰਘ ਧਰਮ ਸਿੰਘ ਜੀ ਪਿੱਛੇ ਪਿੱਛੇ, ਭਾਈ ਮਾਨ ਸਿੰਘ ਜੀ ਪਿੱਛੇ ਪਿੱਛੇ ਜਾ ਰਹੇ ਸੀ। ਇੱਕਦਮ ਮਹਾਰਾਜ ਦਾ ਧਿਆਨ ਪਿਆ ਵੀ ਭਾਈ ਦਇਆ ਸਿੰਘ ਰੁਕ ਗਏ। ਜਦ ਹਜ਼ੂਰ ਪਿੱਛੇ ਮੁੜ ਕੇ ਦੇਖਦੇ ਆ, ਕੀ ਦੇਖਦੇ ਆ ਜੀ, ਵੀ ਭਾਈ ਦਇਆ ਸਿੰਘ ਜੀ ਜ਼ਮੀਨ ਤੇ ਬੈਠੇ ਆ ਤੇ ਬਾਬੇ ਜੁਝਾਰ ਸਿੰਘ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ ਹੋਇਆ। ਬਾਬੇ ਜੁਝਾਰ ਸਿੰਘ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ ਹੋਇਆ। ਕਵੀ ਚਰਨ ਸਿੰਘ ਸਫਰੀ ਨੇ ਬੜਾ ਸੁੰਦਰ ਲਿਖਿਆ ਜੀ ਉਸ ਵੇਲੇ ਦਾ ਹਾਲ। ਉਹ ਆਂਦੇ ਨੇ ਜੀ ਬੱਦਲਾਂ ਚੋਂ ਬਿਜਲੀ ਚਮਕੇ ਸੀਗੀ ਮਾਰਦੀ ਹੋਈ ਰੋਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ, ਉਹ ਗੋਦ ਵਿੱਚ ਲਾਸ਼ ਲਈ ਬੈਠਾ ਸੀ ਜੁਝਾਰ ਦੀ। ਭਾਈ ਦਇਆ ਸਿੰਘ ਜੀ ਬੇਨਤੀ ਕਰਦੇ ਆ, ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਸੀ ਪਾਲਿਆ, ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਸਕਾ ਲਿਆ, ਇੱਕ ਵਾਰੀ ਚੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ, ਚਿੱਤ ਕਰੇ ਇੱਥੇ ਕੁਛ ਪਿਆਰ ਜਤਲਾ ਦਿਆਂ, ਨਿਭਾਈ ਦੀ ਅਖੀਰ ਦੀ ਉਹ ਰਸਮ ਨਿਭਾ ਦਿਆਂ, ਪੱਗ ਲਾ ਕੇ ਸੀਸ ਦੀ 2 ਟੋਟਕੇ ਬਣਾ ਦਿਆਂ, ਅੱਧੀ ਅੱਧੀ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ। ਮਾਰੇ ਮੈਨੂੰ ਕਫਨ ਪਾਉਣ ਦੀ ਇਜਾਜ਼ਤ ਦੇ ਦਿਓ, ਅੱਧੀ ਅੱਧੀ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਨੇ, ਲੱਖਾਂ ਹੀ ਗਰੀਬ ਮਾਪੇ ਇਸ ਜੱਗ ਵਿੱਚ ਹੋਏ ਨੇ, ਪਰ ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਕਫਨ ਤੇ ਮਿਲ ਹੀ ਜਾਂਦਾ ਨਾ ਜੀ, ਕਹਿੰਦੇ ਗਰੀਬ ਤੋਂ ਗਰੀਬ ਨੂੰ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਵਿੱਚ ਹੋਏ ਨੇ, ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ। ਮਹਾਰਾਜ ਇੱਕ ਵਾਰੀ ਆਗਿਆ ਦੇ ਦਿਓ, ਕਫਨ ਪਾ ਦੇਵਾਂ। ਤੇ ਅੱਗਿਓਂ ਆਵਾਜ਼ਾਂ ਵਾਲੇ ਕੀ ਕਹਿੰਦੇ ਆ, ਜੀ ਅੱਗੋਂ ਸਨ ਬੋਲੇ ਦਸਮੇਸ਼ ਲਲਕਾਰ ਕੇ, ਲੈਣਾ ਕੀ ਏ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲਾ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਪਏ ਨੇ ਇੱਥੇ ਕਿੰਨੇ ਜਾਨਾਂ ਵਾਰ ਕੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂਓ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂਓ ਚੁੱਕਦਾ। ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ, ਵੇਖ ਲਾ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਵੇਖਦਾ ਸਹੀ ਨਾ ਵੱਲ ਜਰਾ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਭਾਈ ਦਇਆ ਸਿੰਘ, ਸਿੰਘਾਂ ਤਾਈਂ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ। ਆ ਸੁਣਿਓ ਜੀ ਬਸ 2 ਪੰਕਤੀਆਂ ਧਿਆਨ ਨਾਲ, ਮੈਂ ਫਤਿਹ ਬੁਲਾਉਣ ਲੱਗਿਆ। ਆਪਾਂ ਨੇ ਨਾ ਜੀ ਸੱਚੇ ਪਾਤਸ਼ਾਹ ਦਾ ਸਿੱਖਾਂ ਨਾਲ ਕਿੰਨਾ ਕੁ ਪਿਆਰ ਸੀ। ਮਹਾਰਾਜ ਕਹਿੰਦੇ ਜੇ ਤੇ ਸਾਰਿਆਂ ਦੇ ਉੱਤੇ ਕਫਨ ਪਾਉਣ ਜੋਗਾ ਕੱਪੜਾ ਹੈਗਾ ਤਾਂ ਇਹਨਾਂ ਤੇ ਪਾਈ, ਨਹੀਂ ਤੇ ਅਜੀਤ ਤੇ ਜੁਝਾਰ ਤੇ ਵੀ ਕਫਨ ਨਾ ਪਾਈ। ਸਿੰਘਾਂ ਤਾਈਂ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ, ਦਇਆ ਸਿੰਘਾ ਸਿੱਖੀ ਚ ਵਖੇਵਾ ਕਿੱਦਾਂ ਪਾ ਦਿਆਂ। ਦੱਸ ਤਾਂ ਸਹੀ ਮੈਂ ਕਿੱਦਾਂ ਫਰਕ ਪਾ ਦੇਵਾਂ, ਸਿੰਘਾਂ ਤੇ ਕਫਨ ਪਵੇ ਨਾ ਤੇ ਮੇਰੇ ਪੁੱਤਾਂ ਤੇ ਕਫਨ ਪੈ ਜੇ। ਮੈਨੂੰ ਰਤੀ ਪ੍ਰਵਾਹ ਨਹੀਂ ਜੱਗ ਸਾਰਾ, ਭਾਵੇਂ ਲੱਖ ਵਾਰੀ ਰਣ ਦਾ ਚੋਰ ਸਮਝੇ। ਮੈਨੂੰ ਰਤੀ ਪ੍ਰਵਾਹ ਨਹੀਂ ਜੱਗ ਸਾਰਾ, ਭਾਵੇਂ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਕੋਈ ਇਹ ਨਾ ਕਹੇ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਕੋਈ ਆਹ ਗੱਲ ਨਾ ਕਹਿ ਦੇਵੇ। ਸਤਿ ਸ੍ਰੀ ਅਕਾਲ। ਕੋਈ ਇਹ ਨਾ ਕਹੇ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਬਾਜਾਂ ਵਾਲੇ ਦਾ ਪਿਆਰ ਹਿਰਦੇ ਚ ਵਸਾ ਕੇ ਲੈ ਕੇ ਜਾਇਓ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ। ਮੈਂ ਰੋਮ ਰੋਮ ਕਰਕੇ ਰਿਣੀ ਆ,
ਸਟੇਜ ਦੇ ਉੱਤੇ ਜਿੰਨੇ ਵੀ ਮਹਾਂਪੁਰਸ਼ ਬੈਠੇ ਆ, ਸੰਤ ਬਾਬਾ ਮੱਖਣ ਸਿੰਘ ਜੀ ਬੈਠੇ ਆ, ਸੰਤ ਬਾਬਾ ਭਗਵੰਤ ਭਜਨ ਸਿੰਘ ਜੀ ਬੈਠੇ ਆ, ਬਾਬਾ ਜੀ ਬਾਬਾ ਮਨਜਿੰਦਰ ਸਿੰਘ ਜੀ ਰਾਏਪੁਰ ਵਾਲੇ, ਹਰ ਰਾਏਪੁਰ ਵਾਲੇ ਬੈਠੇ ਆ, ਹੋਰ ਸਤਿਕਾਰਤ ਸ਼ਖਸੀਅਤਾਂ ਔਰ ਸੰਤ ਮੰਡਲੀ ਨਿਰਮਲ ਭੇਖ, ਮਹਾਂਪੁਰਸ਼ ਸ਼੍ਰੀਮੰਤ ਜੀ ਮਹਾਰਾਜ ਵੀ ਹਾਜ਼ਰੀ ਭਰ ਕੇ ਗਏ, ਸ਼ਾਸਤਰੀ ਜੀ ਵੀ ਹਾਜ਼ਰੀ ਭਰ ਕੇ ਗਏ, ਮਹਾਂਪੁਰਸ਼ ਸੰਤ ਮੰਡਲੀ ਸਾਰੇ ਹੀ ਬੈਠੇ ਆ, ਔਰ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਗੁਰਚਰਨ ਸਿੰਘ ਜੀ। ਸੱਚਮੁੱਚ ਸ਼ਾਸਤਰੀ ਜੀ ਜੋ ਬਚਨ ਕਹਿ ਕੇ ਗਏ ਨਾ ਜੀ, ਸਮਾਗਮ ਤਾਂ ਇੱਕ ਦਿਨ ਦਾ ਕਰਨਾ ਔਖਾ ਜੀ, ਇੱਕ ਦਿਨ ਦਾ ਸਮਾਗਮ ਕਰਨਾ ਔਖਾ, ਪਰ ਧੰਨਿਆ ਸੰਤ ਬਾਬਾ ਗੁਰਚਰਨ ਸਿੰਘ ਜੀ ਹੋਣੀ, ਬਾਬਾ ਗੁਰਲਾਲ ਸਿੰਘ ਜੀ ਹੋਰੀ, ਡੇਰੇ ਦੀਆਂ ਜਿੰਨੀਆਂ ਸੰਗਤਾਂ, ਜਿੰਨੇ ਸੇਵਾਦਾਰ, ਬਈ ਧੰਨੋ ਆਪ ਜੀ ਇੰਨੇ ਦਿਨਾਂ ਦੇ ਸਮਾਗਮ। ਔਰ ਸੱਚ ਇਹ ਹੈ ਵੀ ਵੱਡਿਆਂ ਮਹਾਂਪੁਰਸ਼ਾਂ ਦਾ ਕੀਤਾ ਹੋਇਆ ਤਪ, ਵੱਡਿਆਂ ਮਹਾਂਪੁਰਸ਼ਾਂ ਦੀਆਂ ਮਿਲੀਆਂ ਹੋਈਆਂ ਅਸੀਸਾਂ ਅੱਜ ਸੰਤ ਬਾਬਾ ਗੁਰਚਰਨ ਸਿੰਘ ਜੀ ਹੁਣਾਂ ਦੇ ਨਾਲ ਵਰਤ ਰਹੀਆਂ ਨੇ। ਉਹਨਾਂ ਦੀ ਤਪੱਸਿਆ ਦਾ ਪ੍ਰਤਾਪ ਹੈ, ਇਤਨੀ ਠੰਡ ਦੇ ਵਿੱਚ ਵੀ ਆਪ ਜੀ ਏਡੀ ਵੱਡੀ ਗਿਣਤੀ ਵਿੱਚ ਜੁੜੇ ਬੈਠੇ, ਇਹ ਵੱਡੀ ਕਿਰਪਾ ਹੈ। ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਆਉਣ ਵਾਲਾ ਸਮਾਂ ਬਾਬਾ ਜੀਆਂ ਦੇ ਪਾਸੋਂ ਆਪ ਜੀ ਸਰਵਣ ਕਰੋ, ਦਾਸਰਿਆਂ ਨੂੰ ਖੁਸ਼ੀਆਂ ਬਖਸ਼ੋ ਜੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ